द खालस टीवी देखने वाले साडे सारे दर्शकों का बहुत बहुत स्वागत है। मैं हरशरण कौर ते मेरे नाल इस वक्त साडे मेहमान खास मेहमान जुड़े हुए ने जागो पार्टी के प्रधान मनजीत सिंह जीके। दिल्ली चोणां होके हटियां ने, दिल्ली चोणां का नतीजा भी आ चुका है। लोग कह रहे ने ਜਾਂ कह लीए कि संगत कह रही है ਜਾਂ फिर संगत तो बिना होर लोग कह रहे ने कि सब तो ਵੱਧ ਕੋਸਦੇ ਵੀ ਸਿੱਖ ਅਕਾਲੀ ਦਲ ਨੂੰ ਨੇ ਤੇ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਤੇ ਵੋਟਾਂ ਵੀ ਅਕਾਲੀ ਦਲ ਨੂੰ ਪਾ ਦਿੰਦੇ ਨੇ। ਇਹੀ ਦਿੱਲੀ ਕਮੇਟੀ ਵਿੱਚ ਇਸ ਵਾਰ ਹੋਇਆ ਹੈ ਕਿ ਅਕਾਲੀ ਦਲ ਨੂੰ ਤੀਸਰੀ ਵਾਰੀ ਦਿੱਲੀ ਕਮੇਟੀ ਹੈ ਜਿਹੜੀ ਉਹ ਉਥੋਂ ਦੀ ਸਿੱਖ ਸੰਗਤ ਨੇ ਸੌਂਪ ਦਿੱਤੀ ਹੈ। ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ। ਮਨਜੀਤ ਸਿੰਘ ਜੀ ਕੇ ਕੱਲ ਲਾਈਵ ਆਏ ਸੀ, ਉਹਨਾਂ ਨੇ ਵੀ ਕਿਹਾ ਸੀ ਕਿ ਕੁਝ ਚੀਜ਼ਾਂ ਦੀ ਵਰਤੋਂ ਹੋਈ ਹੈ ਜਿਨ੍ਹਾਂ ਦੀ ਨਹੀਂ ਹੋਣੀ ਚਾਹੀਦੀ ਸੀ। ਅਸਲ ਕਾਰਨ ਕੀ ਰਹੇ ਨੇ ਕਿ ਤੀਸਰੀ ਵਾਰੀ ਸਰਨਾ ਗਰੁੱਪ ਹੈ ਜਾਂ ਕਹਿ ਲਈਏ ਕਿ ਵਿਰੋਧੀ ਧਿਰਾਂ ਨੇ ਜਿਹੜੀਆਂ ਉਹਨਾਂ ਨੂੰ ਨਕਾਰਿਆ ਸੰਗਤ ਨੇ ਤੇ ਅਕਾਲੀ ਦਲ ਨੂੰ ਫਿਰ ਤੋਂ ਚੁਣ ਲਿਆ। ਕਾਫੀ ਸਾਰੇ ਸਵਾਲ ਨੇ। ਜੀਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਦ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀਕੇ ਜੀ, ਪਹਿਲਾਂ ਤਾਂ ਤੁਸੀਂ ਜਿਹੜੀ ਵੱਡੀ ਗਿਣਤੀ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਜਿਹੜੀ ਸੀਟ ਜਿੱਤੀ ਹੈ ਗ੍ਰੇਟਰ ਕੈਲਾਸ਼ ਦੀ, ਉਹਦੇ ਲਈ ਤੁਹਾਨੂੰ ਵਧਾਈ। ਪਰ ਨਾਲ ਹੀ ਨਮੋਸ਼ੀ ਵੀ ਹੈ ਕਿ ਦਾਅਵੇ ਨੇ ਜਿਹੜੇ ਉਹ ਬੜੇ ਕੀਤੇ ਜਾ ਰਹੇ ਸੀ ਇਹਨਾਂ ਵੋਟਾਂ ਦੇ ਵਿੱਚ ਕਿ ਇਸ ਵਾਰੀ ਅਕਾਲੀ ਦਲ ਨੂੰ ਢਾਹ ਲੈਣਾ ਹੈਗਾ ਤੁਸੀਂ ਮੈਦਾਨ ਦੇ ਵਿੱਚ, ਚੋਣ ਮੈਦਾਨ ਦੇ ਵਿੱਚ। ਪਰ ਇੰਨੀਆਂ ਘੱਟ ਸੀਟਾਂ ਕੀ ਕਾਰਨ ਰਿਹਾ? ਇਹਦਾ ਮੁੱਖ ਕਾਰਨ ਤੇ ਇਹ ਹੈ ਕਿ ਮੈਂ ਸਮਝਦਾ ਕਿ ਜਿਹੜੀਆਂ ਵੋਟਾਂ ਬਹੁਤ ਘੱਟ ਪਈਆਂ। 37 ਪੋਲਿੰਗ ਹੋਈ ਹੈ ਪਰਸੈਂਟ, 63% ਲੋਕੀ ਵੋਟ ਕਰਨ ਨਹੀਂ ਨਿਕਲੇ। ਵੋਟਾਂ ਕੱਟੀਆਂ ਬਹੁਤ ਗਈਆਂ ਨੇ, ਇੰਨੀਆਂ ਕੱਟੀਆਂ ਗਈਆਂ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਤਕਰੀਬਨ 1.5 ਲੱਖ ਵੋਟ ਜਿਹੜੀ ਆ ਉਹ ਕੈਂਸਲ ਕੀਤੀ ਆ ਇਸ ਨਵੇਂ ਚੋਣ ਕਮਿਸ਼ਨ ਨੇ। ਇਸ ਤੋਂ ਇਲਾਵਾ ਰੱਖੜੀ ਦਾ ਦਿਨ ਸੀ, ਛੁੱਟੀ ਦਾ ਦਿਨ ਸੀਗਾ। ਲੇਕਿਨ ਸਭ ਤੋਂ ਮੁੱਖ ਕਾਰਨ ਕਿ ਜੋ ਦਿੱਲੀ ਕਮੇਟੀ ਦੇ ਵਿੱਚ ਅਕਾਲੀ ਦਲ ਬਾਦਲ ਦੀ ਪਰਫਾਰਮੈਂਸ ਰਹੀ ਹੈ ਪਿਛਲੇ 2-3 ਸਾਲਾਂ ਦੇ ਵਿੱਚ, ਉਹਦੇ ਕਰਕੇ ਵੀ ਲੋਕਾਂ ਦੀ ਕਾਫੀ ਨਾਮੋਸ਼ੀ ਰਹੀ, ਲੋਕਾਂ ਦਾ ਇੰਟਰਸਟ ਨਹੀਂ ਸੀਗਾ। ਸੋ ਮੈਂ ਸਮਝਦਾ ਵਾਂ ਕਿ ਇਹ ਕਾਰਨ ਰਿਹਾ ਕਿ ਬਈ ਇਹ ਪੋਲਿੰਗ ਘੱਟ ਹੋਈ ਹੈ। ਦੂਸਰੀ ਗੱਲ ਪਰ ਲੋਕਾਂ ਦਾ ਇੰਟਰਸਟ ਨਹੀਂ ਸੀ ਅਕਾਲੀ ਦਲ ਦੇ ਵਿੱਚ, ਫੇਰ ਵੀ ਉਹਨਾਂ ਨੂੰ ਵੋਟ ਪੈ ਗਈ। ਇਸ ਗੱਲ ਦੀ ਸਮਝ ਨਹੀਂ ਆਈ। ਜੇ 63% ਬੰਦਾ ਵੋਟ ਪਾਣੀ ਨੇ ਨਿਕਲਿਆ ਘਰੋਂ, ਇਹੀ ਅਗਰ 55 ਤੋਂ 60% ਪੋਲਿੰਗ ਹੁੰਦੀ ਤੇ ਸ਼ਾਇਦ ਨਤੀਜੇ ਕੋਈ ਹੋਰ ਹੁੰਦੇ। ਇੱਕ ਜਿਹੜੀਆਂ ਆਪੋਜੀਸ਼ਨ ਸੀਗੀਆਂ ਪਾਰਟੀਆਂ, ਜਿੱਦਾਂ ਮੈਂ ਅਲੱਗ ਸੀਗਾ, ਸਰਦਾ ਅਲੱਗ ਸੀਗਾ, ਅਸੀਂ ਅਲੱਗ ਲੜੇ ਆ, ਟ੍ਰਾਇੰਗਲ ਬਣਿਆ। ਭਾਈ ਰਣਜੀਤ ਸਿੰਘ ਅਲੱਗ ਲੜੇ ਆ, ਉਹਨਾਂ ਦਾ ਸਰਨਿਆਂ ਨਾਲ ਕਿਤੇ ਨਾ ਕਿਤੇ ਸਮਝੌਤਾ ਸੀਗਾ। ਮੈਂ ਸਮਝਦਾ ਕਿ ਉਹਦਾ ਫਾਇਦਾ ਅਕਾਲੀ ਦਲ ਨੂੰ ਹੋਇਆ। ਜਿਸ ਤਰੀਕੇ ਨਾਲ ਅਸੀਂ ਕਈ 4 ਧੜੇ ਜਾਂ 5 ਧੜੇ ਇੱਥੇ ਲੜੇ ਆ, ਅਕਾਲੀ ਦਲ ਦੀ ਤਾਂ 40 ਸੀਟਾਂ ਆਉਣੀਆਂ ਚਾਹੀਦੀਆਂ ਸੀ, ਅਕਾਲੀ ਦਲ 27 ਤੇ ਰਹਿ ਗਿਆ। ਜਦੋਂ ਮੈਂ 2013 2017 ਚ ਅਕਾਲੀ ਦਲ ਨੂੰ ਹੈਡ ਕੀਤਾ ਸੀ, ਮੇਰੀ ਸਿੱਧੀ ਲੜਾਈ ਸਰਨਾ ਸਾਹਿਬ ਨਾਲ ਸੀਗੀ। ਮੈਂ ਇੱਕ ਵਾਰੀ 37 ਸੀਟਾਂ ਲੈ ਕੇ ਗਿਆ, ਇੱਕ ਵਾਰੀ 36 ਸੀਟਾਂ ਲੈ ਕੇ ਗਿਆ 2017 ਚ। ਔਰ ਉਦੋਂ ਲੈ ਗਿਆ ਸੀਟਾਂ ਜਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਇਲੈਕਸ਼ਨ ਹਾਰਿਆ ਫਰਵਰੀ 2017 ਚ। ਉਸੇ ਮਹੀਨੇ ਦਿੱਲੀ ਦੀ ਇਲੈਕਸ਼ਨ ਸੀ ਔਰ ਮੈਂ ਜਿੱਤਿਆ ਵਾਂ। ਮੈਂ ਸਮਝਦਾ ਵਾਂ ਕਿ ਇਹ ਜਿਹੜਾ ਮੈਂਡੇਟ ਹੈ ਇਹਦੇ ਵਿੱਚ ਇੱਕ ਤਾਂ ਇਹ ਕਾਰਨ ਹੈ। ਦੂਜੀ ਗੱਲ, ਜਿਸ ਤਰੀਕੇ ਨਾਲ ਇਹਨਾਂ ਨੇ ਨਸ਼ਾ ਪੱਤਾ ਦੀ ਔਰ ਪੈਸੇ ਦੀ ਵਰਤੋਂ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਪੰਜਾਬ ਦੇ ਨੇ, ਉਹ ਆ ਕੇ ਇੱਥੇ 2 ਦਿਨ ਪਹਿਲੇ ਇੱਕ ਇਲਾਕੇ 'ਚ ਬਹਿ ਗਏ ਸੀ ਔਰ ਉਹ ਮਾਸਟਰ ਨੇ ਇਲੈਕਸ਼ਨ ਲੜਾਉਣ ਦੇ ਕਿੱਦਾਂ ਵੋਟਾਂ ਖਰੀਦਣੀਆਂ ਨੇ, ਕਿੱਦਾਂ ਨਸ਼ਾ ਵਰਤਾਣਾ, ਉਹ ਸਾਰਾ ਕੰਮ ਇੱਥੇ ਚੱਲਿਆ। ਸੋ ਇਹ ਕਈ ਕਾਰਨ ਨੇ ਜਿਹਦੇ ਕਰਕੇ ਮੈਂ ਸਮਝਦਾ ਕਿ ਮੇਨ ਕਾਰਨ ਮੇਰਾ ਔਰ ਸਰਨਾ ਸਾਹਿਬ ਦਾ ਔਰ ਭਾਈ ਸਾਹਿਬ ਦਾ ਵੱਖਰੇ ਲੜਨ ਕਰਕੇ ਹੈ। ਜੀ ਬਿਲਕੁਲ, ਇਹੀ ਸਭ ਤੋਂ ਵੱਡਾ ਕਾਰਨ। ਫਿਰ ਇਹ ਹੁਣ ਤੁਸੀਂ ਕਹਿ ਰਹੇ ਹੋ ਵੋਟਾਂ ਤੋਂ ਪਹਿਲਾਂ ਇੰਨੀ ਵਾਰੀ ਟਾਈਮ ਮਿਲਿਆ, 2 ਵਾਰੀ ਚੋਣਾਂ ਮੁਲਤਵੀ ਹੋ ਗਈਆਂ, ਉਸ ਤੋਂ ਬਾਅਦ ਤੀਸਰਾ ਮੌਕਾ ਮਿਲਿਆ ਹੈਗਾ, ਤੇ ਫਿਰ ਕੀ ਇਹਨੂੰ ਖੁਦਗਰਜ਼ੀ ਕਿਹਾ ਜਾਵੇ ਕਿ ਤੁਸੀਂ ਸਿਰਫ ਆਪਣਾ ਹੀ ਸੋਚਿਆ, ਪੰਥ ਦਾ ਨਹੀਂ ਸੋਚਿਆ? ਇਕੱਠੇ ਕਿਉਂ ਨਹੀਂ ਹੋ ਸਕੇ? ਮੈਂ ਸਮਝਦਾ ਕਿ ਤੁਸੀਂ ਬਿਲਕੁਲ ਇਸ ਗੱਲ ਨੂੰ ਕਹੋਗੇ ਕਿ ਗਲਤੀ ਹੋਈ ਹੈ। ਅਸੀਂ ਇਹ ਸੋਚਦੇ ਰਹੇ ਕਿ ਅਸੀਂ ਕੱਲਿਆਂ ਲੜ ਕੇ ਸਾਡੇ 'ਚ ਕੈਪੈਸਿਟੀ ਹੈ, ਅਸੀਂ ਕੱਢ ਸਕਦੇ ਹਾਂ, ਅਸੀਂ ਇਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਲੇਕਿਨ ਉਹ ਸਾਡਾ ਫੈਸਲਾ ਗਲਤ ਸਾਬਤ ਹੋਇਆ। ਅੱਜ ਜੋ ਨਤੀਜੇ ਆਏ ਨੇ ਉਹਦੇ ਵਿੱਚ ਇਹ ਫੈਸਲਾ ਗਲਤ ਸਾਬਤ ਹੋਇਆ। ਜ਼ਿਆਦਾ ਤੁਸੀਂ ਦੋਸ਼ੀ ਆਪਣੇ ਆਪ ਨੂੰ ਮੰਨਦੇ ਹੋ ਕਿ ਸਰਨਾ ਸਾਹਿਬ ਨੂੰ ਉਹਨਾਂ ਨੇ ਪਹਿਲ ਕੀਤੀ ਸੀ ਤੁਹਾਡੇ ਤੱਕ ਆਉਣ ਦੀ, ਤੁਸੀਂ ਨਹੀਂ ਗਏ, ਜਾਂ ਫਿਰ ਕੀ ਹੋਇਆ? ਅੰਦਰਲੀ ਕੀ ਗੱਲ ਸੀ? ਨਹੀਂ, ਅੰਦਰਲੀ ਗੱਲਾਂ ਇਹ ਸੀਗੀਆਂ ਕਿ ਸਾਡੀ ਢੀਂਡਸਾ ਸਾਹਿਬ ਨੇ ਔਰ ਕੁਝ ਸੰਤ ਸਮਾਜ ਦੇ ਲੋਕਾਂ ਨੇ ਮੀਟਿੰਗਾਂ ਕਰਾਉਣ ਦੀ ਕੋਸ਼ਿਸ਼ ਕੀਤੀਆਂ ਸੀਗੀਆਂ, ਲੇਕਿਨ ਸਮਝੌਤਾ ਨਹੀਂ ਹੋ ਸਕਿਆ ਕਿ ਕੌਣ ਕਿੰਨੀਆਂ ਸੀਟਾਂ ਲਏਗਾ।
ਉਸ ਦੇ ਉੱਤੇ ਨਹੀਂ ਗੱਲ ਬਣ ਸਕੀ ਸਾਡੀ। ਬਿਲਕੁਲ, ਕਿਉਂਕਿ ਜੀਕੇ ਸਾਹਿਬ ਅੱਜ ਦੀ ਕਿਉਂਕਿ ਪਰਸੈਂਟੇਜ ਅੱਜ ਇਲੈਕਸ਼ਨ ਹੋ ਚੁੱਕੀ ਹੈ, ਇਸ ਕਰਕੇ ਮੈਂ ਖੁੱਲ ਕੇ ਤੁਹਾਨੂੰ ਗੱਲਾਂ ਦੱਸ ਸਕਦਾ ਵਾਂ। ਇਲੈਕਸ਼ਨ ਤੋਂ ਪਹਿਲੇ ਇਹ ਗੱਲਾਂ ਸ਼ਾਇਦ ਅਸੀਂ ਨਾ ਕਰੀਏ। ਜੀ ਬਿਲਕੁਲ, ਉਹੀ ਜੇ ਆਪਾਂ ਪਰਸੈਂਟੇਜ ਦੇਖ ਲਈਏ, ਸ਼੍ਰੋਮਣੀ ਅਕਾਲੀ ਦਲ ਨੂੰ 40.27% ਮਿਲੀਆਂ ਵੋਟਾਂ, ਸਰਨਾ ਪਾਰਟੀ ਨੂੰ ਮਿਲੀਆਂ 27.29, ਤੁਹਾਨੂੰ 15.27%, ਯਾਨੀ ਕਿ ਜੇ ਤੁਹਾਡੇ ਦੋਨਾਂ ਦਾ ਹੀ ਟੋਟਲ ਕਰ ਲਿਆ ਜਾਵੇ ਤਾਂ 42% ਵੋਟਾਂ ਬਣਦੀਆਂ ਨੇ, ਤੇ ਸੀਟਾਂ ਭਾਵੇਂ ਘੱਟ ਬਣਦੀਆਂ ਨੇ ਤੁਹਾਡੇ ਦੋਵਾਂ ਦੀਆਂ ਟੋਟਲ ਜੋੜ ਕੇ, ਪਰ ਜੇ ਉਹੀ ਹੈ ਕਿ ਤੁਸੀਂ ਵੋਟਾਂ ਵੰਡਤੀਆਂ ਤਾਂ ਫਿਰ ਇਹਨੂੰ ਕੀ ਸਮਝਿਆ ਜਾਵੇ? ਸਿੱਖ ਲੀਡਰਸ਼ਿਪ ਇੰਨੀ ਗਲਤੀ ਕਿਵੇਂ ਕਰ ਸਕਦੀ ਹੈ? ਜੇ ਤੁਸੀਂ ਚਾਹੁੰਦੇ ਹੋ ਕਿ ਬਾਦਲ ਧੜੇ ਨੂੰ ਅਸੀਂ ਉਹਨਾਂ ਤੋਂ ਕਮੇਟੀ ਲੈਣੀ ਹੈ, ਗੋਲਕ ਚੋਰ ਦਾ ਰੌਲਾ ਪਾਉਂਦੇ ਹੋ, ਤੇ ਮਤਲਬ ਇੰਨੀ ਗਲਤੀ ਕਿਵੇਂ ਹੋ ਸਕਦੀ ਹੈ? ਆਤਮ ਮੰਥਨ ਹੁਣ ਕਿਵੇਂ ਕੀਤਾ ਜਾਊਗਾ? ਮੈਂ ਇਹ 42% ਨਹੀਂ, ਸਾਡੀ 43 ਪੁਆਇੰਟ ਕੁਝ ਬਣਦੀ ਹੈ, ਲੇਕਿਨ ਮੈਂ ਸਮਝਦਾ ਇਹਦੇ ਚ ਭਾਈ ਸਾਹਿਬ ਦੀ ਵੋਟ ਵੀ ਜੇ ਐਡ ਕਰ ਲਈ ਜਾਏ, ਭਾਈ ਰਣਜੀਤ ਸਿੰਘ ਹੋਰਾਂ ਦੀ, ਤੇ ਅਸੀਂ ਕਾਫੀ ਬਣਦੀ ਹੈ। ਮੈਂ ਸਮਝਦਾ ਕਿ ਇਹ ਗਲਤੀ ਇੱਕ ਸਾਡੀ ਵੱਡੀ ਹੋਈ ਹੈ। ਦੂਜੀ ਗੱਲ, ਜਿਸ ਤਰੀਕੇ ਨਾਲ ਗੁਰੂ ਦੀ ਗੋਲਕ ਦੀ ਵਰਤੋਂ ਹੋਈ ਹੈ ਕਿ ਜੋ ਕੁਝ ਗੁਰਦੁਆਰਾ ਕਮੇਟੀ ਕਰ ਰਹੀ ਸੀਗੀ, ਉਹ ਏਦਾਂ ਦਿਖਾਇਆ ਜਾ ਰਿਹਾ ਸੀਗਾ ਕਿ ਦੇਖੋ ਇਹ ਅਕਾਲੀ ਦਲ ਕਰਦਾ ਪਿਆ। ਸੰਗਤ ਨੇ ਪੈਸਾ ਦਿੱਤਾ ਗੁਰਦੁਆਰਾ ਕਮੇਟੀ ਨੂੰ ਲੋਕਾਂ ਦੀ ਭਲਾਈ ਵਾਸਤੇ ਕੋਵਿਡ ਦੇ ਦੌਰਾਨ, ਇਹਨਾਂ ਨੇ ਉਹੀਓ ਕੰਸਨਟ੍ਰੇਟਰ ਤੇ ਉਹੀਓ ਸਾਰਾ ਕੁਝ ਚੁੱਕ ਕੇ ਆਕਸੀਜਨ ਦੇ ਸਿਲੰਡਰ ਬਾਦਲ ਦੇ ਦਫ਼ਤਰ ਬਠਿੰਡੇ ਡੱਬ ਵਾਲੀ ਰੋਡ ਦੇ ਉੱਤੇ ਉਤਾਰਦੇ ਹੋਏ ਇਹਨਾਂ ਦਾ ਸਟਿੰਗ ਹੋਇਆ। ਇਹ ਰਾਸ਼ਨ ਦੀਆਂ ਕਿੱਟਾਂ ਪੈਸਾ ਇਹ ਸਭ ਇਲਾਕਿਆਂ 'ਚ ਵੰਡਦੇ ਰਹੇ। ਅਸੀਂ ਇੱਕ ਕਿਸਮ ਦੀ ਇਹ ਕਹਿ ਸਕਦੇ ਹਾਂ ਕਿ ਗੁਰੂ ਦੀ ਗੋਲਕ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੜੀ ਔਰ ਅਸੀਂ ਇਹਨਾਂ ਦਾ ਮੁਕਾਬਲਾ ਕੀਤਾ, ਜਿਹਦੇ ਵਿੱਚ ਅਖੀਰਲੇ ਸਮੇਂ ਜਦੋਂ ਸੁਖਬੀਰ ਬਾਦਲ ਦੀ ਟੀਮ ਆ ਜਾਂਦੀ ਹੈ, ਅਖੀਰਲੇ 3 ਦਿਨਾਂ 'ਚ ਉਹਨਾਂ ਨੇ ਖੁੱਲਾ ਸ਼ਰਾਬ, ਕਿਉਂਕਿ ਸ਼ਰਾਬ ਦਾ ਇਹਨਾਂ ਨੂੰ ਘਾਟਾ ਨਹੀਂ, ਪੰਜਾਬ 'ਚ ਜਿਹੜਾ ਲਿਕਰ ਮਾਫੀਆ ਉਹ ਠੇਕੇ ਸਾਰੇ ਇਹੀ ਦਿੰਦੇ ਸੀਗੇ। ਇਹਨਾਂ ਨੇ ਕਿਸੇ ਨੂੰ ਵੀ ਕਹਿ ਦਿੱਤਾ ਹੋਣਾ ਕਿ ਵੀ ਇੱਥੇ 10 ਲੱਖ ਦੀ ਦੇ ਦਿਓ, ਇੱਥੇ 20 ਲੱਖ ਦੀ ਦੇ ਦਿਓ, ਇੱਥੇ 30 ਲੱਖ ਦੀ ਦੇ ਦਿਓ। ਸੋ ਇਹਨਾਂ ਨੇ ਉਹ ਕਲੋਨੀਆਂ ਜਿੱਥੇ ਇਹ ਚੀਜ਼ਾਂ ਨਾਲ ਵੋਟਾਂ ਖਰੀਦੀਆਂ ਜਾ ਸਕਦੀਆਂ ਸੀ, ਉੱਥੇ ਪੂਰਾ ਨੰਗਾ ਨਾਚ ਕੀਤਾ, ਪੈਸੇ ਦਾ ਨੰਗਾ ਨਾਚ ਕੀਤਾ। ਔਰ ਕਿਉਂਕਿ ਮੈਂ ਜਿਹੜੀ ਗੱਲ ਕਹੀ ਹੈ ਕਿ ਪਰਸੈਂਟੇਜ ਘੱਟ ਪਈ ਹੈ, ਉਹਦਾ ਨੁਕਸਾਨ ਸਾਨੂੰ ਹੋਇਆ। ਪਰਸੈਂਟੇਜ ਵੱਧ ਹੁੰਦੀ ਵੋਟਾਂ ਦੀ ਤੇ ਇਹਨਾਂ ਦਾ ਇਹ ਰਿਜ਼ਲਟ 'ਚ ਬੜਾ ਫਰਕ ਆਣਾ ਸੀਗਾ। ਤੇ ਜੇਕੇ ਸਾਹਿਬ, ਤੁਸੀਂ ਬਿਲਕੁਲ ਸਿੱਧਾ ਇਲਜ਼ਾਮ ਲਾ ਰਹੇ ਹੋ ਕਿ ਅਕਾਲੀ ਦਲ ਨੇ ਨਸ਼ਾ ਤੇ ਪੈਸਾ, ਸ਼ਰਾਬ ਤੇ ਪੈਸਾ ਜਿਹੜਾ ਉਹ ਵੰਡਿਆ ਹੈਗਾ, ਤੇ ਜੇ ਤੁਸੀਂ ਇੰਨਾ ਵੱਡਾ ਇਲਜ਼ਾਮ ਲਾ ਰਹੇ ਹੋ ਤਾਂ ਕੋਈ ਨਾ ਕੋਈ ਪ੍ਰੂਫ ਹੋਵੇਗਾ, ਤੇ ਜੇ ਪ੍ਰੂਫ ਹੋਵੇ ਤਾਂ ਇਲੈਕਸ਼ਨ ਕਮਿਸ਼ਨ ਬਥੇਰਾ ਕੁਝ ਕਰ ਸਕਦਾ ਹੈ। 60 ਪੇਟੀਆਂ ਇਹਨਾਂ ਦਾ ਜਿਹੜਾ ਬੰਗਲਾ ਸਾਹਿਬ ਦਾ ਚੇਅਰਮੈਨ ਹੈ, ਉਹਦੇ ਹਲਕੇ 'ਚੋਂ ਫੜੀਆਂ ਜਾਂਦੀਆਂ ਨੇ ਅਕਾਲੀ ਦਲ ਦੀਆਂ ਸ਼ਰਾਬ ਦੀਆਂ। ਔਰ ਪੈਸਾ ਅਗਰ ਮੈਂ ਤੁਹਾਨੂੰ ਦੱਸਾਂ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਵੰਡਿਆ, ਉਹ ਸਾਰੀ ਦੁਨੀਆ ਜਾਣਦੀ ਹੈ। ਗੁਰੂ ਘਰ ਦਾ ਸਮਾਨ ਹੋਵੇ ਔਰ ਉਹ ਆਪਣੇ ਨਾਂ ਤੇ ਅਕਾਲੀ ਦਲ ਵੰਡਦਾ ਹੋਵੇ, ਇਹ ਕਦੀ ਸੁਣਿਆ? ਬੰਗਲਾ ਸਾਹਿਬ ਦਾ ਪੇਜ ਹੋਵੇ, ਸੀਸਗੰਜ ਸਾਹਿਬ ਦਾ ਪੇਜ ਹੈ, ਮੈਂ ਵੀ ਪ੍ਰਧਾਨ ਰਿਹਾ, 2 ਇਲੈਕਸ਼ਨਾਂ ਲੜੀਆਂ, ਅਸੀਂ ਕਦੀ ਉਹਨਾਂ ਪੇਜਾਂ ਨੂੰ ਯੂਜ਼ ਨਹੀਂ ਕੀਤਾ। ਉੱਥੇ ਬਾਲਟੀ ਦਾ ਮੋਨੋਗ੍ਰਾਮ ਲਗਾ ਕੇ, ਕਿਉਂਕਿ ਉਸ ਪੇਜ ਦੀ ਰੀਚ ਕਰੋੜਾਂ 'ਚ ਹੈ। ਬੰਗਲਾ ਸਾਹਿਬ ਤੋਂ ਗੁਰਬਾਣੀ ਜਿੱਦਾਂ ਦਰਬਾਰ ਸਾਹਿਬ ਤੋਂ ਸੁਣੀ ਜਾਂਦੀ, ਏਦਾਂ ਉਹ ਸੁਣੇ ਜਾਂਦੇ ਨੇ। ਇਹ ਟੋਟਲ ਤੇ ਟੋਟਲ ਇਹ ਸਾਰਾ ਕੁਝ ਇਹਨਾਂ ਨੇ ਕੀਤਾ। ਤੁਸੀਂ ਇਹ ਦੇਖੋ, ਸਾਡੀ ਪਾਰਟੀ ਦੇ ਵਿੱਚ ਅਸੀਂ ਪਹਿਲੀ ਦਫਾ 5 ਬੀਬੀਆਂ ਨੂੰ ਸੀਟਾਂ ਦਿੱਤੀਆਂ, ਕਿਸੇ ਪਾਰਟੀ ਨੇ ਦਿੱਤੀਆਂ। ਅਸੀਂ 3 ਡਾਕਟਰ ਨੇ, 3 ਇੰਜੀਨੀਅਰ ਨੇ, 22 ਗ੍ਰੈਜੂਏਟ ਨੇ। ਅਸੀਂ ਇੱਕ ਪੜ੍ਹੀ ਲਿਖੀ ਸਿਆਣੀ ਐਜੂਕੇਟਿਡ ਔਰ ਬੀਬੀਆਂ ਨੂੰ ਅਸੀਂ ਇਹਦੇ 'ਚ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ। ਮੈਂ ਸਮਝਦਾ ਕਿ ਇਹ ਸਾਰਾ ਕੁਝ ਦੇਣ ਤੋਂ ਬਾਅਦ ਵੀ ਅਸੀਂ ਸੰਗਤ ਨੂੰ ਸ਼ਾਇਦ ਨਹੀਂ ਸਮਝਾ ਪਾਏ ਜੋ ਅਸੀਂ ਸਮਝਾਉਣਾ ਚਾਹੁੰਦੇ ਸੀ, ਜਾਂ ਬਹੁਤੇ ਜਿਹੜੇ ਲੋਕ ਸੀ ਵੋਟ ਕਰਨ ਦੇ ਬਾਵਜੂਦ ਵੀ ਫਾਇਦਾ ਤਾਂ ਕੋਈ ਨਹੀਂ ਹੋਇਆ। ਸੋ ਖੈਰ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਅਕਾਲੀ ਦਲ ਕੋਲੇ ਬੜੇ ਢੰਗ ਤਰੀਕੇ ਹੁੰਦੇ ਨੇ ਚੋਣ ਜਿੱਤਣ ਦੇ, ਉਹਨਾਂ ਦਾ ਬੜਾ ਐਕਸਪੀਰੀਅੰਸ ਹੈ, ਤੇ ਤੁਸੀਂ ਵੀ ਰਹੇ ਹੋ 2 ਵਾਰੀ, ਤੁਸੀਂ ਅਕਾਲੀ ਦਲ ਦੇ ਵੱਲੋਂ ਚੋਣ ਜਿੱਤੇ ਹੋ ਪਿਛਲੇ 2 ਪਲਾਨਸ ਦੇ ਵਿੱਚ। ਤੁਸੀਂ ਸਾਰਾ ਕ੍ਰੈਡਿਟ ਆਪਣੇ ਆਪ ਨੂੰ ਦੇ ਰਹੇ ਹੋ ਕਿ ਉਹ ਤੁਹਾਨੂੰ ਵੋਟਾਂ ਪੈਂਦੀਆਂ ਸੀ, ਜੇ ਉਹ ਤੁਹਾਨੂੰ ਪੈਂਦੀਆਂ ਸੀ ਤਾਂ ਹੁਣ ਵੀ ਪੈਣੀਆਂ ਚਾਹੀਦੀਆਂ ਸੀ। ਮਤਲਬ ਉਦੋਂ ਵੀ ਇਹੀ ਢੰਗ ਤਰੀਕੇ ਅਪਣਾਏ ਜਾਂਦੇ ਸੀ ਜੋ ਤੁਸੀਂ ਹੁੰਦੇ ਸੀ। ਮੈਂ ਸਮਝਦਾ ਕਿ ਜਦੋਂ ਤੁਸੀਂ 2017 ਦੀ ਇਲੈਕਸ਼ਨ ਦੇਖ ਲਓ, 2017 ਦੀ ਇਲੈਕਸ਼ਨ 'ਚ ਨਾ ਮੈਂ ਇਹਨਾਂ ਨੂੰ ਦਿੱਲੀ ਜਾਣ ਦਿੱਤਾ, ਨਾ ਮੈਂ ਇਹਨਾਂ ਦੀ ਫੋਟੋ ਲਈ। ਔਰ ਦੂਜੀ ਗੱਲ, 2017 'ਚ ਇਹਨਾਂ ਦਾ ਆਪਣਾ ਸਾਹ ਸੁੱਕਿਆ ਪਿਆ ਸੀ, ਕਿਉਂਕਿ 4 ਫਰਵਰੀ ਨੂੰ ਇਹਨਾਂ ਦੀ ਵੋਟਾਂ ਸੀਗੀਆਂ, 26 ਫਰਵਰੀ ਨੂੰ ਮੇਰੀਆਂ ਸੀਗੀਆਂ। ਇਹਨਾਂ ਨੇ ਕੋਈ ਪੈਸੇ ਧੇਲਾ ਕੋਈ ਦਿੱਲੀ 'ਚ ਅਕਾਲੀ ਦਲ ਦੇ ਪਾਰਟੀ ਵੱਲੋਂ ਦਿੱਤਾ, ਨਾ ਕੋਈ ਹੋਰ ਦਿੱਤਾ। ਅਸੀਂ ਇਹ ਇਲੈਕਸ਼ਨ ਟੋਟਲ ਆਪਣੇ ਦਮ ਤੇ ਲੜੀ ਸੀਗੀ।
ਦੂਜੀ ਗੱਲ ਜੀ ਦੇਖੋ, ਮੇਰਾ ਇਹਨਾਂ ਨਾਲ ਜਿਹੜਾ ਵਖਰੇਵਾਂ ਹੋਇਆ ਉਹ ਹੋਇਆ ਡੇਰਾ ਮਾਫੀ ਦੇ ਇਸ਼ੂ ਦੇ ਉੱਤੇ। ਮੇਰਾ ਜਿਹੜਾ ਇਹਨਾਂ ਜੀ ਨਾਲ ਜੀ ਵਖਰੇਵਾਂ ਹੋਇਆ ਉਹ ਹੋਇਆ ਜਦੋਂ ਇਹਨਾਂ ਦੇ 11 ਕੈਂਡੀਡੇਟ ਰਾਮ ਰਹੀਮ ਦੇ ਡੇਰੇ ਵੋਟਾਂ ਮੰਗਣ ਚਲੇ ਗਏ ਡਿਊਰਿੰਗ ਇਲੈਕਸ਼ਨ ਅਕਾਲ ਤਖਤ ਨੂੰ ਡਿਫਾਈ ਕਰਕੇ। ਮੈਂ ਬਠਿੰਡੇ 'ਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿ ਬਈ ਇਹਨਾਂ ਨੂੰ ਅਕਾਲ ਤਖਤ ਤੇ ਮੈਂ ਆਪ ਸ਼ਿਕਾਇਤ ਕਰਾਂਗਾ। ਔਰ ਜਦੋਂ ਡੇਰੇ ਨੇ ਐਲਾਨ ਕਰ ਦਿੱਤਾ 4 ਫਰਵਰੀ ਤੋਂ ਪਹਿਲੇ ਕਿ ਸਾਰੇ ਡੇਰੇ ਜੀ ਪ੍ਰੇਮੀ ਜਿਹੜੇ ਨੇ ਉਹ ਬਾਦਲ ਨੂੰ ਵੋਟਾਂ ਪਾ ਦੇਣ ਅਕਾਲੀ ਦਲ ਨੂੰ, ਮੈਂ ਬਠਿੰਡੇ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕਰਕੇ ਉਸ ਨੂੰ ਡਿਫਾਈ ਕੀਤਾ ਕਿ ਸਾਨੂੰ ਇਹਨਾਂ ਦੀ ਵੋਟਾਂ ਦੀ ਲੋੜ ਨਹੀਂ ਹੈਗੀ। ਅਗਰ ਇਹਨਾਂ ਦੀ ਵੋਟਾਂ ਨਾਲ ਅਕਾਲੀ ਦਲ ਜਿੱਤਦਾ ਤੇ ਸਾਨੂੰ ਹਾਰਨਾ ਮਨਜ਼ੂਰ ਹੈ। ਸੁਖਬੀਰ ਸਿੰਘ ਬਾਦਲ ਨੇ ਮੈਨੂੰ ਫੋਨ ਕਰਕੇ ਆਖਿਆ ਜੀ ਤੁਸੀਂ ਦਿੱਲੀ ਚਲੇ ਜਾਓ, ਤੁਸੀਂ ਸਪੋਕਸ ਪਰਸਨ ਹੋ, ਕੋਈ ਬਿਆਨਬਾਜ਼ੀ ਕੋਈ ਪ੍ਰੈਸ ਕਾਨਫਰੰਸ ਨਹੀਂ ਕਰੋਗੇ ਔਰ ਤੁਸੀਂ ਮਿਹਰਬਾਨੀ ਕਰਕੇ ਚੋਣ ਦੇ ਸਿਸਟਮ 'ਚੋਂ ਬਾਹਰ ਚਲੇ ਜਾਓ ਪੰਜਾਬ ਦੇ, ਔਰ ਤੁਸੀਂ 4 ਤਰੀਕ ਤੱਕ ਕੋਈ ਬਿਆਨ ਨਹੀਂ ਦੇਣਾ। ਸੋ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਨੇ। ਮੈਂ ਅੱਜ ਤੁਸੀਂ ਦੇਖੋ ਸਰਸਾ ਹਾਰਿਆ ਦਿੱਲੀ 'ਚ, ਆਪਣੀ ਇਲੈਕਸ਼ਨ ਹਾਰਿਆ। ਅੱਜ ਪਰ ਉਹ ਹਾਰ ਕੇ ਵੀ ਪ੍ਰਧਾਨ ਬਣ ਜਾਣਾ ਉਹਨਾਂ ਨੇ। ਉਹ ਮੈਂ ਉਸ ਤੇ ਆਣਾ, ਪਹਿਲੇ ਮੈਂ ਇਸ ਤੇ ਆ ਜਾਵਾਂ ਕਿ ਅੱਜ ਟ੍ਰਾਇੰਗਲ ਬਣਿਆ। ਟ੍ਰਾਇੰਗਲ ਦੇ ਵਿੱਚ ਸਿੱਧਾ ਬਾਦਲਦਾਰ ਨੂੰ ਫਾਇਦਾ ਸੀ ਕਿਉਂਕਿ ਸਾਡੇ ਦੀਆਂ ਤੇ ਮੇਰੀਆਂ ਵੋਟਾਂ ਆਪਸ 'ਚ ਡਿਵਾਈਡ ਹੋ ਰਹੀਆਂ, ਭਾਈ ਸਾਹਿਬ ਦੀਆਂ ਵੋਟਾਂ ਡਿਵਾਈਡ ਹੋ ਰਹੀਆਂ ਨੇ। ਇਹਨਾਂ ਨੂੰ ਤਾਂ 40 ਸੀਟਾਂ ਤੇ ਆਉਣਾ ਚਾਹੀਦਾ ਸੀਗਾ, ਲੇਕਿਨ ਫਿਰ ਵੀ ਇਹ 40 'ਚ ਨਹੀਂ ਆਏ। ਔਰ ਇਸ ਤੋਂ ਇਲਾਵਾ ਮੈਂ ਕਹਿ ਰਿਹਾ ਕਿ ਰਾਤੋਂ ਹੀ ਜਦੋਂ ਇਹ ਸਰਸਾ ਇਲੈਕਸ਼ਨ ਹਾਰਦਾ, ਕੱਲ ਸ਼ਾਮੀ ਸੁਖਬੀਰ ਮੀਟਿੰਗ ਬੁਲਾਉਂਦਾ ਔਰ ਉੱਥੇ ਹੀ ਕਹਿੰਦਾ ਜੀ ਕਿ ਮੈਂ ਇਸ ਨੂੰ SGPC ਵੱਲੋਂ ਨੋਮੀਨੇਟ ਕਰ ਦਿੱਤਾ। ਹੁਣ ਮੈਨੂੰ ਦੱਸਿਆ ਜਾਵੇ ਕਿ ਜਿੱਦਾਂ ਬਾਦਲ ਦੀ ਜੇਬ 'ਚੋਂ, ਸੁਖਬੀਰ ਬਾਦਲ ਦੀ ਜੇਬ 'ਚੋਂ ਸਰਸਾ ਨੋਮੀਨੇਟ ਹੋ ਗਿਆ, SGPC ਕਿੱਥੇ ਹੈ? ਬੀਬੀ ਜਗੀਰ ਕੌਰ ਕਿੱਥੇ ਹੈ? SGPC ਐਗਜ਼ੈਕਟਿਵ ਦੀ ਮੀਟਿੰਗ ਬੁਲਾ ਕੇ ਫੈਸਲਾ ਕਰਦੀ ਹੈ ਕਿ ਉਹਨਾਂ ਨੇ ਕਿਸ ਨੂੰ ਨੋਮੀਨੇਟ ਕਰਨਾ। ਉਹ ਜੋ ਸੁਖਬੀਰ ਨੇ ਕਹਿਤਾ ਹੁਕਮ ਹੋ ਗਿਆ। ਮੈਂ ਇਹਨਾਂ ਦੀ ਜੇਬ 'ਚ ਨਹੀਂ ਪਿਆ। ਮੈਂ ਇਹਨਾਂ ਦੀ ਜੇਬ 'ਚੋਂ ਡੇਰੇ ਨੂੰ ਮਾਫੀ ਦੇਣੀ ਹੋਵੇ ਜਾਂ ਜਿੱਦਾਂ ਅਕਾਲ ਤਖਤ ਤੇ ਮੈਂ ਸ਼ਿਕਾਇਤ ਕੀਤੀ ਸੀਗੀ ਕਿ ਦਿੱਲੀ 'ਚ ਲੱਚਰ ਗਾਣੇ ਗਾਏ ਗਏ ਆ, ਦੀਵਾਨ ਹਾਲ, ਲੱਖੀ ਸ਼ਾਹ ਬੰਜਾਰਾ ਹਾਲ 'ਚ ਸ਼ਹੀਦੀ ਸਥਾਨ ਦੇ ਉੱਤੇ, ਬਦਨ ਪੇ ਸਿਤਾਰੇ ਲਪੇਟੇ ਹੋਏ, ਉਹ ਸਾਰੀਆਂ ਮੈਂ ਵੀਡੀਓ ਦਿੱਤੀਆਂ। ਜਥੇਦਾਰ ਸਾਹਿਬ ਐਕਸ਼ਨ ਨਹੀਂ ਲੈਂਦੇ। ਜਥੇਦਾਰ ਸਾਹਿਬ 20 ਦਿਨ ਬਾਅਦ ਜਦੋਂ ਉੱਥੇ ਉੱਤਰਾਖੰਡ ਦੇ ਵਿੱਚ CM ਆਉਂਦਾ ਔਰ ਉੱਥੇ ਅੱਗੇ ਕੁੜੀਆਂ ਡਾਂਸ ਕਰਦੀਆਂ ਤੇ ਪੂਰੀ ਕਮੇਟੀ ਮੁਅੱਤਲ ਕਰ ਦਿੰਦੇ। ਦਿੱਲੀ ਦੀ ਕਿਉਂ ਨਹੀਂ ਕਰਦੇ? ਕਿਉਂਕਿ ਬਾਦਲ ਸਾਹਿਬ ਦੀ ਕਮੇਟੀ ਹੈ, ਇਸ ਕਰਕੇ ਉਹਨਾਂ ਨੇ ਇਸ ਤੇ ਲੈਣਾ ਨਹੀਂ। ਜੇ ਮੈਂ ਅਮਿਤਾਭ ਬੱਚਨ ਦੇ ਪੈਸੇ ਤੇ ਆਬਜੈਕਸ਼ਨ ਕੀਤਾ ਕਿ ਇਹਨਾਂ ਨੇ 2 ਕਰੋੜ ਰੁਪਏ ਸਿਰਫ ਦੱਸਿਆ ਸੀ, 12.5 ਕਰੋੜ ਦੱਸਿਆ ਹੀ ਨਹੀਂ, ਅਕਾਲ ਤਖਤ ਚੁੱਪ ਕਰਕੇ ਬੈਠਾ ਰਹਿੰਦਾ। ਸੋ ਮੈਂ ਸਮਝਦਾ ਅਕਾਲ ਤਖਤ ਸਾਹਿਬ, ਦਿੱਲੀ ਕਮੇਟੀ, SGPC, ਇਹ ਸਾਰੀ ਸੁਖਬੀਰ ਬਾਦਲ ਦੀ ਜੇਬ 'ਚ ਹੈ। ਇਹਨੂੰ ਕੱਢਣਾ ਲਾਜ਼ਮੀ ਹੈ। ਹਾਂ, ਸਾਡੇ ਕੋਲ ਇਹ ਮੌਕਾ ਆਇਆ ਸੀ, ਅਸੀਂ ਗਲਤੀ ਕੀਤੀ ਹੈ, ਲੇਕਿਨ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਬੜਾ ਕੁਝ ਹੋਏਗਾ। ਜੀ ਹੁਣ ਕੀ ਹੋਏਗਾ? ਇਹੀ ਮੇਰਾ ਸਵਾਲ ਸੀ ਕਿ ਹੁਣ ਅੱਗੇ ਕੀ ਹੈ। ਤੁਸੀਂ ਹੁਣ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਮਿਲਾ ਕੇ 19 ਸੀਟਾਂ ਜਿਹੜੀਆਂ ਬਣਦੀਆਂ ਨੇ, ਹੁਣ ਵੀ ਕੁਝ ਕੀਤਾ ਜਾ ਸਕਦਾ ਹੈ ਜਾਂ ਫਿਰ ਅੱਗੇ ਕਿਸ ਤਰੀਕੇ ਨਾਲ ਮਿਲ ਕੇ ਚੱਲੋਗੇ ਜਾਂ ਫਿਰ ਤੁਸੀਂ ਇਹ ਤਾਂ ਵਕਤ ਦੱਸੇਗਾ। ਲੇਕਿਨ ਇਹ ਹੈ ਕਿ ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਡੋਂਟ ਬਾਈਟ ਮੋਰ ਦੈਨ ਯੂ ਕੈਨ ਚੂ, ਕਿ ਅਗਰ ਸੇਬ ਨੂੰ ਮੈਂ ਐਡਾ ਵੱਡਾ ਚੱਕ ਮਾਰ ਦਵਾਂ ਮੂੰਹ ਨਾਲ, ਉਹਦੇ ਮੈਂ ਮੂੰਹ ਨਾ ਚਲਾ ਸਕਾਂ, ਮੈਂ ਚੂ ਨਾ ਕਰ ਸਕਾਂ। ਸਾਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਹਾਰੇ ਹੋਏ ਨੇ, ਜਿਹੜਾ ਸੁਖਬੀਰ ਬਾਦਲ ਹਾਰਿਆ ਦਿੱਲੀ 'ਚ, ਉਹਨੂੰ ਚੋਰੀ ਮੋਰੀ ਨਾਲ ਅੱਜ ਇਹ ਮੈਂਬਰ ਬਣਾ ਰਿਹਾ। ਦਿੱਲੀ ਦੇ ਸੰਗਤ ਨੇ ਮੈਂਡੇਟ ਉਹਦੇ ਖਿਲਾਫ ਦਿੱਤਾ ਕਿ ਸਰਸਾ ਨਹੀਂ ਹੋਣਾ ਚਾਹੀਦਾ, ਇਹਨੂੰ ਪ੍ਰਧਾਨ ਬਣਾ ਰਿਹਾ। ਜੋ ਵਾਅਦੇ ਇਹਨਾਂ ਨੇ ਕੀਤੇ ਨੇ ਇਹ ਉਹਦੇ ਨੇੜੇ ਵੀ ਨਹੀਂ ਜਾ ਸਕਦੇ ਕਿਉਂਕਿ 350 ਕਰੋੜ ਰੁਪਏ ਦੇ ਘਾਟੇ 'ਚ ਦਿੱਲੀ ਕਮੇਟੀ। ਇਹ ਅਗਲੇ 1.5-2 ਮਹੀਨਿਆਂ 'ਚ ਦੇਖਣਾ ਹਾਲ ਕੀ ਹੋਣਾ। ਕੋਰਟ ਕਚਹਿਰੀਆਂ ਜਿਹਨਾਂ ਤੇ ਕੰਟੈਂਪਟ ਹੋਈ ਹੋਈ ਹੈ, ਤਨਖਾਹਾਂ ਇਹਨਾਂ ਨੇ ਨਹੀਂ ਦਿੱਤੀਆਂ, ਪ੍ਰੋਵੀਡੈਂਟ ਫੰਡ ਇਹਨਾਂ ਨੇ ਨਹੀਂ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਇਹ ਨਹੀਂ ਜਿਹੜਾ ਇਹਨਾਂ ਨੇ ਅਨਾਉਂਸ ਕੀਤਾ ਸੀ ਗ੍ਰੰਥੀ ਸਭਾਵਾਂ ਦੇ ਬੱਚੇ ਫ੍ਰੀ ਪੜ੍ਹਾ ਦਿਆਂਗੇ, ਸਿੰਘ ਸਭਾਵਾਂ ਦੇ। ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਜਿਹੜੇ ਕੋਵਿਡ ਦੀਆਂ ਡੈਥਸ ਹੋਈਆਂ ਉਹਨਾਂ ਦੀ ਪੈਨਸ਼ਨ ਲਾ ਦਿਆਂਗੇ। ਇਹਨਾਂ ਨੇ ਐਲਾਨ ਕੀਤਾ ਉਹਨਾਂ ਦੇ ਬੱਚੇ ਮੁਫਤ ਪੜ੍ਹਾ ਦਿਆਂਗੇ ਜਿਹਨਾਂ ਦੀ ਡੈਥ ਹੋਈ ਹੈ। ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਉਹਨਾਂ ਨੂੰ ਸ਼ਗਨ ਸਕੀਮ ਦਿਆਂਗੇ। ਜਿਹੜੀਆਂ ਪਹਿਲੇ ਸਕੀਮਾਂ ਤੁਸੀਂ 3 ਸਾਲ ਪਹਿਲੇ ਜਿਹੜੀਆਂ ਐਲਾਨ ਕੀਤੀਆਂ ਸੀ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਤੇ, ਪਹਿਲੇ ਉਹ ਤਾਂ ਦੱਸ ਦਿਓ ਕਿ ਪੂਰੀਆਂ ਕੀਤੀਆਂ ਨਹੀਂ ਕੀਤੀਆਂ। ਸੋ ਆਉਣ ਵਾਲਾ ਸਮਾਂ ਬੜਾ ਟਫ ਹੈ, ਬਹੁਤ ਵੱਡੇ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਕਮੇਟੀ ਹੈ। ਜੀ ਕਿ ਸਭ ਮੈਂ ਆਖਰੀ ਸਵਾਲ ਪੁੱਛੂੰਗੀ, ਜਿਹੜੀ ਸੰਗਤ ਨੇ ਤੁਹਾਡੇ ਤੇ ਟਰਸਟ ਕੀਤਾ, ਤੁਸੀਂ ਉਹਨਾਂ ਨਾਲ ਵਾਅਦੇ ਦਾਅਵੇ ਕੀਤੇ ਨੇ, ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਕਿਵੇਂ ਬਣਾ ਕੇ ਰੱਖੋਗੇ ਵਿਰੋਧੀ ਧਿਰ ਦੇ ਵਿੱਚ ਰਹਿੰਦੇ ਹੋਏ? ਮੈਂ ਸਮਝਦਾ ਕਿ ਅਸੀਂ ਹਮੇਸ਼ਾ ਦੇਖੋ, ਮੇਰਾ ਸਫ਼ਰ ਜਿਹੜਾ ਆਪਣਾ, ਮੇਰੇ ਫਾਦਰ ਦੀ ਅਸੈਸੀਨੇਸ਼ਨ 1981 'ਚ ਹੋਈ ਸੀ। 31 ਸਾਲ ਉਹਨਾਂ ਨੇ ਦਿੱਲੀ ਦੇ ਵਿੱਚ, 1950 'ਚ ਅਕਾਲੀ ਦਲ ਬਣਾਇਆ ਸੀ। 50 ਤੋਂ ਅੱਜ 71 ਸਾਲ ਹੋ ਗਏ ਮੇਰੇ ਪਰਿਵਾਰ ਨੂੰ। ਔਰ ਜੋ ਸੇਵਾਵਾਂ ਗੁਰੂ ਨੇ ਲੈ ਲਈਆਂ ਜਥੇਦਾਰ ਸਾਹਿਬ ਤੋਂ ਜਾਂ ਮੇਰੇ ਤੋਂ, ਆਪਣੇ ਆਪ 'ਚ ਇਤਿਹਾਸ ਹੈ।
ਮੇਰੇ 40 ਸਾਲ ਦੇ ਇਤਿਹਾਸ 'ਚ ਸਿਰਫ 6 ਸਾਲ ਗੁਰਦੁਆਰਾ ਕਮੇਟੀ ਹੈ। ਲੇਕਿਨ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਸੰਤਾਂ ਦੇ ਨਾਲ ਮੋਰਚੇ ਦੇ ਵਿੱਚ ਜੋ ਮੇਰਾ ਰੋਲ ਰਿਹਾ, ਮੇਰੇ ਤੇ ਬੰਬ ਕੇਸ ਪਾਏ ਗਏ, ਟ੍ਰਾਂਜ਼ਿਸਟਰ ਬੰਬ ਕੇਸ ਪਾਏ ਗਏ। ਮੈਂ ਪੰਜਾਬੀ ਵਿੱਚ ਇੰਗਲੈਂਡ 'ਚ ਬੱਚਿਆਂ ਨੂੰ ਸਕੂਲੋਂ ਕੱਢਿਆ ਜਾਂਦਾ, ਮਾਰਗਰਟ ਥੈਚਰ ਉੱਥੋਂ ਦੀ ਪ੍ਰਾਈਮ ਮਿਨਿਸਟਰ ਸੀ, ਉਹ ਲੜਾਈ ਮੈਂ ਲੜਦਾ ਵਾਂ, ਬੱਚੇ ਵਾਪਸ ਐਡਮਿਟ ਹੁੰਦੇ ਨੇ। ਜਿਹੜਾ ਅੱਜ ਹਸਪਤਾਲ ਦਾ ਰੌਲਾ ਸਭ ਤੋਂ ਜ਼ਿਆਦਾ ਪੈਂਦਾ, ਉਹ 12 ਏਕੜ ਜ਼ਮੀਨ ਮੈਂ 10 ਰਾਤਾਂ ਆਪ ਬੁਲਡੋਜ਼ਰ ਚਲਾ ਕੇ ਕਬਜ਼ੇ ਕੀਤੀ 1982 ਦੇ ਵਿੱਚ। ਉਹ 2009 ਚ ਸੱਜਣ ਡਾਇਰੈਕਟਰ ਦੀ ਟਿਕਟ ਕਟਾਣੀ ਹੋਵੇ। ਮੈਂ ਸੋਚਦਾ ਕਿ ਗੁਰੂ ਨੇ ਐਸੇ ਐਸੇ ਕੰਮ ਲਏ ਨੇ ਜਦੋਂ ਮੈਂ ਮਤਲਬ ਮੈਂ ਗੁਰਦੁਆਰਾ ਕਮੇਟੀ ਨਹੀਂ ਸੀ। ਅੱਜ ਮੈਨੂੰ ਕੌਮ ਦੇ ਕੰਮ ਕਰਨ ਲਈ ਗੁਰਦੁਆਰਾ ਕਮੇਟੀ ਦੀ ਲੋੜ ਨਹੀਂ ਹੈ, ਲੇਕਿਨ ਗੁਰਦੁਆਰਾ ਕਮੇਟੀ ਤਾਕਤ ਹੈ ਹੋਵੇ ਤੇ ਦਮ ਹੋਰ ਹੁੰਦਾ ਹੈ। ਲੇਕਿਨ ਇਸ ਤੋਂ ਬਗੈਰ ਅਸੀਂ ਵੱਡੇ ਵੱਡੇ ਮਸਲੇ ਹੱਲ ਕੀਤੇ ਨੇ। ਔਰ ਆਉਣ ਵਾਲੇ ਸਮੇਂ 'ਚ ਤੁਹਾਡਾ ਸਵਾਲ ਹੈ ਕਿ ਸਿੱਖਾਂ ਨਾਲ ਜੋ ਮੈਂ ਵਾਅਦਾ ਕੀਤਾ, ਮੇਰੀ ਪਾਰਟੀ ਨੇ ਵਾਅਦਾ ਕੀਤਾ, ਉਸ ਤੇ ਪੂਰੇ ਉਤਰਾਂਗੇ। ਜੀ ਕਿ ਸਾਹਿਬ ਬਹੁਤ-ਬਹੁਤ ਧੰਨਵਾਦ। ਇੱਕ ਹੋਰ ਸਵਾਲ ਮੇਰੇ ਮਨ ਚ ਆਇਆ ਕਿ ਆਤਮ ਮੰਥਨ ਹੈ ਜਿਹੜਾ ਹੁਣ ਸਾਰੇ ਰਲ ਕੇ ਇਕੱਠੇ ਬਹਿ ਕੇ ਕਰੋਗੇ ਜਾਂ ਫਿਰ ਕੱਲੇ-ਕੱਲੇ ਕਰੋਗੇ? ਆਤਮ ਮੰਥਨ ਤਾਂ ਕਰਨ ਦੀ ਲੋੜ ਹੈ ਕਿਉਂਕਿ ਬੜਾ ਭਰੋਸਾ ਸੀਗਾ ਸ਼ਾਇਦ ਬਹੁਤ ਸਾਰਿਆਂ ਨੂੰ ਕਿ ਇਸ ਵਾਰੀ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਬਾਦਲ ਪਰਿਵਾਰ ਨੂੰ, ਬਾਦਲ ਪਾਰਟੀ ਹੈ ਜਿਹੜੀ, ਉਹਨਾਂ ਨੂੰ ਕੱਢ ਦੇਣਾ ਮੈਦਾਨ ਚੋਂ। ਦੇਖੋ, ਇਹ ਆਤਮ ਮੰਥਨ ਤੇ ਪਹਿਲੇ ਆਪ ਕਰਦਾ ਬੰਦਾ ਕਿ ਆਪਣੇ ਘਰ ਕਿੱਥੇ ਗਲਤੀ ਹੋਈ, ਦੂਜੇ ਦੇ ਘਰ ਤਾਂ ਫੇਰ ਫਰੋਲਣ ਜਾਏਗਾ। ਸਭ ਤੋਂ ਪਹਿਲੇ ਮੈਂ ਆਪ ਕਰੂੰਗਾ ਕਿ ਏਡਾ ਕੁਝ ਹੋਣ ਦੇ ਬਾਵਜੂਦ ਅਸੀਂ ਕਿਉਂ ਕਾਮਯਾਬ ਨਹੀਂ ਹੋ ਸਕੇ, ਅਸੀਂ ਕਿੱਥੇ ਮਾਰ ਖਾ ਗਏ ਹਾਂ, ਉਸ ਨੂੰ ਲੱਭਣ ਦੀ ਲੋੜ ਹੈ, ਉਸ ਨੂੰ ਸਮਝਣ ਦੀ ਲੋੜ ਹੈ। ਜੀ, ਮਨਜੀਤ ਸਿੰਘ ਜੀ ਕੇ ਸਾਡੇ ਨਾਲ ਜੁੜੇ ਹੋਏ ਸੀ। ਜੀ ਕੇ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਦਾ ਖਾਲਸ ਟੀਵੀ ਤੇ ਜੁੜਨ ਲਈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ